ਸਾਧ ਸੰਗਤ ਜੀ ਦਾਤਾਂ ਹੀ ਜਾਣ ਕਰਕੇ ਗਾਉਂਦੇ ਐ ਕਿ ਮਹਾਰਾਜ ਆਪ ਨੇ ਜਿਨ੍ਹਾਂ ਨੂੰ ਅੱਖਾਂ ਨਹੀਂ ਦਿੱਤੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਅੱਖਾਂ ਦਾ ਕੀ ਸੁੱਖ ਹੁੰਦਾ ਹੈ। ਜਿਹਦੇ ਕੋਲ ਲੱਤਾਂ ਨਹੀਂ ਲੰਗੜੇ ਕੋਲ ਉਹਨੂੰ ਪੁੱਛੋ ਲੱਤਾਂ ਦਾ ਕੀ ਸੁੱਖ ਹੁੰਦਾ ਹੈ। ਕਈ ਨਾਸਤਕ ਕਿਉਂ ਕਹਿੰਦੇ ਰੱਬ ਨੇ ਮੈਨੂੰ ਕੀ ਦਿੱਤਾ ਹੈ, ਤੇ ਇਉਂ ਕਿਸੇ ਮਹਾਂਪੁਰਖ ਦੇ ਕੋਲ ਆ ਕਰਕੇ ਕਿਹਾ ਕਿਸੇ ਨਾਸਤਕ ਨੇ, ਮਹਾਤਮਾ ਕਹਿਣ ਲੱਗੇ ਤੈਨੂੰ ਕਿੰਨੀ ਮਾਇਆ ਚਾਹੀਦੀ ਹੈ? ਕਹਿੰਦਾ ਮਹਾਰਾਜ ਮੈਨੂੰ 2 ਲੱਖ ਚਾਹੀਦਾ। ਕਹਿਣ ਲੱਗੇ ਐਂ ਕਰ ਸਾਨੂੰ ਨਾ ਫਿਰ ਆਪਣੇ ਸੱਜੇ ਹੱਥ ਦੀ ਉਂਗਲ ਕੱਟ ਕੇ ਦੇ ਤੇ ਲੈ ਜਾ 2 ਲੱਖ। ਕਹਿੰਦਾ ਨਾ ਮਹਾਰਾਜ ਉਂਗਲ ਤਾਂ ਨਹੀਂ ਵਢਾਈ ਜਾਂਦੀ। ਕਹਿੰਦੇ ਵੇਖ ਤੈਨੂੰ ਪਰਮੇਸ਼ਰ ਨੇ ਇਹੋ ਜੀ ਨਰ ਨਰੈਣੀ ਦੇਹੀ ਦਿੱਤੀ ਹੈ ਜਿਹਦੇ ਬਰਾਬਰ ਮਾਇਆ ਤੁਲ ਹੀ ਨਹੀਂ ਸਕਦੀ, ਤੂੰ ਕਹਿੰਦਾ ਪਰਮੇਸ਼ਰ ਨੇ ਕੀ ਦਿੱਤਾ ਹੈ। ਵੇਖ ਤਾਂ ਸਹੀ ਜਿਹਦੀ ਕਿਰਪਾ ਦੇ ਨਾਲ ਤੈਨੂੰ ਇੰਨਾ ਸੁੰਦਰ ਸਰੀਰ ਪ੍ਰਾਪਤ ਹੋਇਆ ਹੈ, ਫਿਰ ਤੈਨੂੰ ਇਸ ਦੇਹ ਤੇ ਪਾਉਣ ਨੂੰ ਕੱਪੜੇ ਮਿਲੇ ਆ, ਰਹਿਣ ਨੂੰ ਚੰਗੇ ਘਰ ਮਿਲੇ ਆ, ਇੰਨੀਆਂ ਦਾਤਾਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕੋਈ ਭਾਈ ਇਉਂ ਗਾਉਂਦੇ ਐ ਪਰਮੇਸ਼ਰ ਦੀਆਂ ਦਾਤਾਂ ਵੇਖ ਵੇਖ ਕਰਕੇ। ਸਾਧ ਸੰਗਤ ਜੀ ਕਈ ਨਾ ਹਰੇਕ ਚੀਜ਼ ਦੇ ਵਿੱਚੋਂ ਜੋ ਕੁਝ ਮਹਾਰਾਜ ਸਾਹਿਬ ਜੀ ਨੇ ਦਿੱਤਾ ਏ ਉਹਦੇ ਵਿੱਚ ਵੀ ਸਤਿਗੁਰਾਂ ਜੀ ਨੂੰ ਵੇਖ ਕਰਕੇ ਕਿ ਮਹਾਰਾਜ ਤਾਂ ਤੁਸਾਂ ਆਪ ਤਰਸ ਕਰਕੇ ਸਾਨੂੰ ਦਿੱਤਾ। ਕਿੰਨੇ ਪਦਾਰਥ ਆ ਜਾਣ ਉਹਨਾਂ ਨੂੰ ਦੇਣ ਵਾਲਾ ਨਹੀਂ ਵਿਸਰਦਾ। ਤੇ ਜਿਹੜਾ ਸਾਧ ਸੰਗਤ ਜੀ ਦਾਤਾਂ ਲੈ ਕਰਕੇ ਦਾਤਾਂ 'ਚ ਉਲਝ ਜਾਂਦਾ ਹੈ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਫਿਰ ਦਾਤ ਪਿਆਰੀ ਵਿਸਰਿਆ ਦਾਤਾਰ। ਵਾਹਿਗੁਰੂ ਜੀ ਭੁੱਲ ਜਾਂਦੇ ਐ ਤੇ ਦਾਤਾਂ ਦੇ ਵਿੱਚ ਹੀ ਜੁੜ ਜਾਂਦਾ ਹੈ। ਕਈ ਤਾਂ ਇਹੋ ਜਿਹਾ ਮਹਾਰਾਜ ਕਹਿੰਦੇ ਨਿਸ਼ਚਾ ਪਕਾਉਂਦੇ ਐ, ਉਹ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਵਾਹਿਗੁਰੂ ਨੂੰ ਗਾਉਂਦੇ ਐ ਕਿ ਮਹਾਰਾਜ ਆਪ ਤੁਹਾਨੂੰ ਮੈਨੂੰ ਏਡੀ ਬਖਸ਼ਿਸ਼ ਕੀਤੀ ਹੈ, ਇੰਨੀਆਂ ਰਹਿਮਤਾਂ ਵਰਤਾਈਆਂ ਨੇ। ਉਹ ਸਾਧ ਸੰਗਤ ਜੀ ਦਾਤਾਂ ਦਾ ਦੇਣ ਵਾਲਾ ਹੈ ਵਾਹਿਗੁਰੂ। ਜਿਵੇਂ ਭਾਈ ਆਦਮ ਜੀ ਦੇ ਤਾਈਂ ਦਾਤ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਦਿੱਤੀ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਭਾਈ ਆਦਮ ਤੇਰੀ ਸੇਵਾ ਬੜੀ ਮਹਾਨ ਹੈ, ਗੁਰੂ ਮਹਾਰਾਜ ਦੇ ਘਰ ਤਾਂ ਸੇਵਾ ਕੀਤੀ ਹੈ, ਤੇਰੀ ਕੀਤੀ ਸੇਵਾ ਹੁਣ ਬਿਰਥੀ ਨਹੀਂ ਜਾਵੇਗੀ, ਤੇਰੇ ਕਰਮਾਂ 'ਚ ਤਾਂ ਪੁੱਤਰ ਹੈ ਨਹੀਂ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ, ਪੜ੍ਹ ਦਿਓ ਪੂਰੀ ਪੰਕਤੀ। ਗਾਵੇ ਕੋ ਦਾਤ ਜਾਣ ਨਿਸ਼ਾਨ, ਨਿਸ਼ਾਨ ਚਿੰਨ ਜਾਣ ਕਰਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਪ੍ਰਗਟ ਹੀ ਆਪ ਜੀ ਨੇ ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ। ਇਹ ਜਾਣ ਕਰਕੇ ਜਿਵੇਂ ਪੁੱਤਰ ਚਿੰਨ ਹੁੰਦਾ ਹੈ ਨਾ ਸਾਧ ਸੰਗਤ ਜੀ, ਮਹਾਰਾਜ ਦੇ ਕੋਲੋਂ ਦਾਤਾਂ ਮੰਗਦੇ ਆ, ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਕੁਛ ਮੰਗਦਾ ਹੈ। ਸਭ ਸੰਸਾਰ ਮੰਗਤਾ ਰੂਪ ਵਿੱਚ ਹੋ ਕਰਕੇ ਮਹਾਰਾਜ ਦੇ ਕੋਲੋਂ ਦਾਤਾਂ ਮੰਗ ਰਿਹਾ ਹੈ, ਤੇ ਜਿਨ੍ਹਾਂ ਨੂੰ ਇਹ ਦਾਤਾਂ ਮਿਲ ਰਹੀਆਂ ਨੇ ਉਹ ਪ੍ਰਗਟ ਹੀ ਸਾਧ ਸੰਗਤ ਜੀ ਨਿਸ਼ਾਨ ਰੂਪ ਜਾਣ ਕਰਕੇ ਕਿ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਦਿੱਤੀ ਹੋਈ ਦਾਤ ਹੈ। ਉਸ ਦਾਤ ਵੱਲ ਵੇਖ ਕਰਕੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਗਾਉਂਦੇ ਐ। ਪਰ ਸਾਧ ਸੰਗਤ ਜੀ ਕਈ ਇਹੋ ਜਿਹੇ ਨਖਿੱਧ ਵੀ ਐ, ਦਾਤ ਲੈ ਕਰਕੇ ਫਿਰ ਭੁੱਲ ਜਾਂਦੇ ਆ ਨਾ, ਜਦੋਂ ਉਸ ਦਾਤ ਨੂੰ ਤਾਂ ਆਪਣਾ ਸਮਝਦੇ ਐ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਨਹੀਂ ਸਮਝਦੇ। ਸਭ ਕੁਝ ਆਪਣਾ ਇੱਕ ਰਾਮ ਪਰਾਇਆ, ਵਾਹਿਗੁਰੂ ਨੂੰ ਪਰਾਇਆ ਹੀ ਸਮਝਦੇ ਐ। ਜੋ ਕੁਝ ਦਿੱਤਾ ਮਹਾਰਾਜ ਨੇ ਉਸ ਨੂੰ ਆਪਣਾ ਸਮਝ ਲੈਂਦੇ ਐ। ਪਰ ਮਹਾਰਾਜ ਕਹਿੰਦੇ ਕੋਈ ਐਸੇ ਐ ਸਿੱਧੋ ਜਿਹੜੇ ਵਾਹਿਗੁਰੂ ਜੀ ਨੂੰ ਦਾਤਾਂ ਦਾ ਦੇਣ ਵਾਲਾ ਜਾਣ ਕਰਕੇ ਕਿ ਪ੍ਰਗਟ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਦਾਤਾਂ ਬਖਸ਼ਿਸ਼ ਕਰ ਰਹੇ ਐ। ਨਿਸ਼ਾਨ ਰੂਪ ਚਿੰਨ ਰੂਪ ਪੁੱਤਰ ਦੇ ਰਹੇ ਐ, ਇਹ ਚਿੰਨ ਰੂਪ ਦਾਤਾਂ ਬਖਸ਼ਿਸ਼ ਕਰ ਰਹੇ ਆ। ਉਹਨਾਂ ਦਾਤਾਂ ਦੇ ਵਿੱਚ ਵੀ ਮਹਾਰਾਜ ਦਾ ਦਾਤਾਰ ਦਾ ਸਰੂਪ ਹੀ ਵੇਖਦੇ ਆ ਕਿ ਸੱਚੇ ਪਾਤਸ਼ਾਹ ਆਪ ਨੇ ਸਾਨੂੰ ਮਿਹਰ ਕੀਤੀ ਹੈ। ਇਉਂ ਬਖਸ਼ਿਸ਼ਾਂ ਦੇ ਵੇਖ ਕਰਕੇ ਦਾਤਾਂ ਦਿੱਤੀਆਂ ਹੋਈਆਂ ਵੱਲ ਵੇਖ ਕਰਕੇ ਪਰਮੇਸ਼ਰ ਦਾ ਮਹਾਰਾਜ ਕਹਿੰਦੇ ਕੋਈ ਤਾਂ ਭਾਈ ਇਉਂ ਜਸ ਗਾਉਂਦੇ ਆ। ਗਾਵੇ ਕੋ ਗੁਣ ਵਡਿਆਈਆਂ ਚਾਰ, ਫਿਰ ਮਹਾਰਾਜ ਕਹਿੰਦੇ ਭਾਈ ਜਿਹੜੀਆਂ ਵਡਿਆਈਆਂ ਦਿੱਤੀਆਂ ਹੋਈਆਂ ਨਾ ਮੇਰੇ ਸਾਹਿਬ ਨੇ ਚਾਰ ਸੁੰਦਰ, ਉਹ ਨਹੀਂ ਜਾਣਦੇ ਕਿ ਸਾਡੀਆਂ ਆਪਣੀਆਂ ਨੇ। ਕਹਿੰਦੇ ਮਹਾਰਾਜ ਇਹ ਆਪ ਦੀਆਂ ਦਿੱਤੀਆਂ ਹੋਈਆਂ ਵਡਿਆਈਆਂ ਨੇ। ਫਿਰ ਜਿਹੜੇ ਗੁਣ ਹਨ ਇਹ ਵੀ ਮਹਾਰਾਜ ਸਾਡੀ ਕੋਈ ਕਰਤੂਤ ਨਹੀਂ, ਆਪ ਨੇ ਸਾਨੂੰ ਆਪਣੇ ਗੁਣ ਬਖਸ਼ਿਸ਼ ਕੀਤੇ ਹੋਏ ਆ। ਜਿਵੇਂ ਵਾਹਿਗੁਰੂ ਜੀ ਦੇ ਸਾਧ ਸੰਗਤ ਜੀ ਸ਼ੁਭ ਗੁਣ ਹਨ ਕਿ ਸਦਾ ਹੀ ਮਹਾਰਾਜ ਨਿਰਵੈਰ ਰੂਪ ਹੈ, ਨਿਰਭਉ ਰੂਪ ਹੈ, ਤੇ ਇਉਂ ਸਾਧ ਸੰਗਤ ਜੀ ਇਹ ਸਾਰੇ ਹੀ ਗੁਣ ਮਹਾਰਾਜ ਦੇ ਭਗਤਾਂ ਵਿੱਚ ਆ ਜਾਂਦੇ ਆ। ਇਉਂ ਵਾਹਿਗੁਰੂ ਦੇ ਸ਼ੁਭ ਗੁਣਾਂ ਨੂੰ ਵੇਖ ਕਰਕੇ ਗਾਵੇ ਕੋ ਗੁਣ ਵਡਿਆਈਆਂ ਚਾਰ, ਕਿ ਇੰਨੇ ਗੁਣ ਨੇ ਮੇਰੇ ਸਾਹਿਬ ਦੇ ਅੰਦਰ, ਕਦਾਚਿਤ ਵੀ ਕੋਈ ਕਮੀ ਨਹੀਂ ਹੈ ਗੁਣਾਂ ਦੀ।
ਫਿਰ ਇੰਨੀਆਂ ਵਡਿਆਈਆਂ ਨੇ ਸੁੰਦਰ, ਇੰਨੀਆਂ ਵਡਿਆਈਆਂ ਦਾ ਮਾਲਕ ਹੈ ਮੇਰਾ ਸਾਹਿਬ। ਸਾਧ ਸੰਗਤ ਜੀ, ਇਉਂ ਉਹ ਜਾਣਦੇ ਹੁੰਦੇ ਐ ਕਿ ਆਕਾਸ਼ ਦੀ ਉਚਾਈ ਨੂੰ ਅਸੀਂ ਤਾਂ ਪੰਛੀਆਂ ਨਾਪ ਨਹੀਂ ਸਕਦੇ, ਤੇ ਪਰ ਕੀ ਹੁਣ ਆਕਾਸ਼ ਵਿੱਚ ਪੰਛੀ ਉਡਾਰੀਆਂ ਲਾਉਣੀਆਂ ਛੱਡ ਦਿੰਦੇ ਐ? ਨਹੀਂ, ਉਸ ਹਵਾ ਦਾ ਆਨੰਦ ਮਾਣਦੇ ਐ ਕਿ ਅਸੀਂ ਆਕਾਸ਼ ਦੀ ਉਚਾਈ ਤਾਂ ਨਹੀਂ ਨਾਪ ਸਕਦੇ, ਪਰ ਆਕਾਸ਼ ਦੀ ਹਵਾ ਦਾ ਆਨੰਦ ਤਾਂ ਲਈਏ। ਇਉਂ ਮੱਛੀ ਪਾਣੀ ਦੀ ਡੂੰਘਾਈ ਨੂੰ ਸਾਧ ਸੰਗਤ ਜੀ ਸਮੁੰਦਰ ਕਿੰਨਾ ਡੂੰਘਾ ਨਹੀਂ ਪਾ ਸਕਦੀ, ਪਰ ਕੀ ਤਾਰੀਆਂ ਲੈ ਕੇ ਆਨੰਦ ਨਹੀਂ ਲੈਂਦੀ ਪਾਣੀ ਦਾ? ਉਹ ਆਨੰਦ ਲੈਂਦੀ ਹੈ ਪਾਣੀ ਦੀਆਂ ਲਹਿਰਾਂ ਦਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹੜਾ ਨਿਸ਼ੇਧ ਪੱਖ ਦੁਆਰਾ ਪਹਿਲੋਂ ਦੱਸਿਆ ਕਿ ਕੌਣ ਉਹਦੇ ਗੁਣਾਂ ਨੂੰ ਗਾ ਸਕਦਾ, ਕੌਣ ਉਹਦੀਆਂ ਸਮੱਗਰ ਵਡਿਆਈਆਂ ਕਹਿ ਸਕਦਾ ਹੈ। ਮਹਾਰਾਜ ਕਹਿੰਦੇ ਭਾਈ ਐਸੇ ਵੀ ਕਈ ਹਨ ਜਿਹੜਾ ਵਿਧੀ ਪੱਖ ਦੁਆਰਾ ਹੈ ਕਿ ਵਾਹਿਗੁਰੂ ਦੇ ਸੁਭ ਗੁਣ ਇੰਨੇ ਨੇ, ਉਹਦੇ ਸੁਭ ਗੁਣਾਂ ਨੂੰ ਚੇਤੇ ਕਰ ਕਰਕੇ ਗਾਉਂਦੇ ਆ ਕਿ ਮਹਾਰਾਜ ਆਪ ਨਿਰਭਉ ਹੋ, ਆਪ ਨਿਰਵੈਰ ਹੋ, ਅਕਾਲ ਮੂਰਤ ਹੋ, ਅਜੂਨੀ ਹੋ, ਸਹਿ ਭੰਗ ਸਰੂਪ ਹੋ, ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਹੋ। ਇਉਂ ਮਹਾਰਾਜ ਜੀ ਦੇ ਗੁਣਾਂ ਨੂੰ ਸਾਧ ਸੰਗਤ ਜੀ ਉਹ ਸੰਭਾਲਦੇ ਆ, ਚੇਤੇ ਕਰਦੇ ਆ। ਸਾਹਿਬ ਵਿੱਚ ਕਿੰਨੀਆਂ ਕੁ ਵਡਿਆਈਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਕਿਰਤ ਘਣਾ ਹਰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਉਹ ਤਾਂ ਅਕਿਰਤ ਘਣਾ ਦੀ ਪਾਲਣਾ ਕਰ ਰਿਹਾ ਹੈ, ਐਡਾ ਬਖਸ਼ਿਸ਼ ਕਰਨ ਵਾਲਾ ਹੈ। ਇੰਨੀਆਂ ਉਹਦੀਆਂ ਵਡਿਆਈਆਂ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਉਂ ਭਾਈ ਜਿਹੜੇ ਸੰਤ ਭਗਤ ਵੈ ਉਹ ਇਸ ਤਰ੍ਹਾਂ ਵਾਹਿਗੁਰੂ ਦੇ ਵਡਿਆਈਆਂ ਨੂੰ ਗਰੀਬ ਨਵਾਜ ਕਹਿੰਦੇ ਕੋਈ ਚੇਤੇ ਕਰਕੇ, ਕੋਈ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਕੇ ਮਹਾਰਾਜ ਕਹਿੰਦੇ ਭਾਈ ਗਾਉਂਦੇ ਆ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਫਿਰ ਸਾਧ ਸੰਗਤ ਜੀ ਕੋਈ ਇਸ ਤਰ੍ਹਾਂ ਗਾ ਰਹੇ ਹੈ ਜਿਹੜੀ ਵਿਦਿਆ ਦਾ ਸਾਧ ਸੰਗਤ ਜੀ ਵਿਚਾਰ ਕਰਨਾ ਬੜਾ ਬਿਖਮ ਹੈ, ਬੜਾ ਕਠਨ ਹੈ। ਜਿਵੇਂ ਸਿੱਖਿਆ ਹੈ ਵੇਦ ਦੇ ਇਹ 4 ਅੰਗ ਮੰਨੇ ਜਾਂਦੇ ਹੈ, ਜੋਤਿਸ਼ ਹੈ ਸਾਧ ਸੰਗਤ ਜੀ ਇਸ ਪ੍ਰਕਾਰ ਨਿਰੁਕਤ ਹੈ। ਇਹ ਜਿਹੜੇ ਵੇਦ ਦੇ ਅੰਗ ਪੜ੍ਹਨੇ ਆ ਜਾ ਕਰਕੇ ਬੜੀ ਕਠਨ ਵਿਦਿਆ ਦੇ ਨਾਲ ਵਿਚਾਰ ਕਰਕੇ ਵਾਹਿਗੁਰੂ ਨੂੰ ਮਹਾਰਾਜ ਕਹਿੰਦੇ ਕੋਈ ਤਾਂ ਭਾਈ ਇਉਂ ਸਿੱਧੋ ਗਾਉਂਦੇ ਆ। ਫਿਰ 6 ਸ਼ਾਸਤਰ ਪੜ੍ਹਦੇ ਆ, 18 ਪੁਰਾਣ ਪੜ੍ਹਦੇ ਆ। ਇਸ ਤਰ੍ਹਾਂ ਵਾਹਿਗੁਰੂ ਨੂੰ ਕਠਨ ਜਿਹੜੀ ਵਿਦਿਆ ਨਾ ਬਹੁਤ ਜ਼ਿਆਦੀ, ਉਹਨੂੰ ਸਾਧ ਸੰਗਤ ਜੀ ਵਾਚ ਕਰਕੇ ਵਿਆਕਰਨ ਦੁਆਰਾ ਇਉਂ ਪਰਮੇਸ਼ਰ ਦਾ ਜਸ ਗਾਉਂਦੇ ਆ। ਵਿਦਵਾਨ ਜਿਹੜੇ ਆ ਵਿਦਿਆ ਦੇ ਨਾਲ ਪੜ੍ਹ ਕੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਆ। ਜਿੰਨਾ ਕੁ ਪੜ੍ਹਦੇ ਆ ਗਿਆਨਵਾਨ ਪੁਰਖ ਦਾ ਇਹ ਖਿਆਲ ਹੁੰਦਾ ਹੈ ਕਿ ਵਿਦਿਆ ਪੜ੍ਹਨੀ ਹੈ ਆਪਣੇ ਆਪੇ ਨੂੰ ਜਾਣਨ ਵਾਸਤੇ। ਜਿਹੜਾ ਇਹ ਖਿਆਲ ਕਰਕੇ ਵਿਦਿਆ ਪੜ੍ਹਨੀ ਨਾ ਕਿ ਮੈਂ ਸਿਆਣਾ ਬਣ ਕੇ ਦੂਸਰਿਆਂ ਦੇ ਉੱਤੇ ਪ੍ਰਭਾਵ ਪਾਵਾਂ ਤੇ ਇਸ ਪ੍ਰਕਾਰ ਮੇਰੀ ਬੜੀ ਜੈ ਜੈਕਾਰ ਹੋਵੇ, ਇਹ ਸਾਧ ਸੰਗਤ ਜੀ ਤਮੋ ਗੁਣੀ ਪ੍ਰਭਾਵ ਹੁੰਦਾ ਵਿਦਿਆ ਦੇ ਪੜ੍ਹਨ ਦਾ। ਉਸ ਵਿਦਿਆ ਦੇ ਨਾਲ ਪੜ੍ਹਿਆ ਹੋਇਆਂ ਨਾਲ ਆਪਣਾ ਆਪਾ ਨਹੀਂ ਭਾਸਦਾ। ਫਿਰ ਜਿਹੜਾ ਹੈ ਉਹ ਦਵੈਤ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਵਿਦਿਆ ਭਾਵੇਂ ਸਾਧ ਸੰਗਤ ਜੀ ਉਹ ਜਾਣ ਤਾਂ ਗਿਆ, ਪੜ੍ਹ ਤਾਂ ਗਿਆ, ਪਰ ਸਾਧ ਸੰਗਤ ਜੀ ਕੀ ਅੰਦਰ ਨੂੰ ਆਪਣੇ ਆਪ ਨੂੰ ਉਸ ਗਿਆਨ ਨੂੰ ਨਹੀਂ ਉਹ ਮੋੜ ਸਕਿਆ। ਜਿਹੜਾ ਗਿਆਨ ਆਪ ਨਾ ਕਮਾਇਆ ਹੋਵੇ ਉਹ ਅਗਿਆਨ ਵਰਗਾ ਹੀ ਹੁੰਦਾ ਹੈ। ਭਾਵੇਂ ਪਤਾ ਤਾਂ ਹੈਗਾ ਪਰ ਆਪ ਕੀਤਾ ਹੀ ਨਹੀਂ। ਇਸ ਕਰਕੇ ਉਹ ਗਿਆਨ ਕਦਾਚਿਤ ਵੀ ਸਾਧ ਸੰਗਤ ਜੀ ਗਿਆਨ ਦੀ ਜਿਹੜੀ ਆ ਬਰਾਬਰੀ ਨਹੀਂ ਕਰ ਸਕਦਾ, ਅਗਿਆਨ ਵਰਗਾ ਹੀ ਹੁੰਦਾ ਹੈ। ਜਿਹੜਾ ਗਿਆਨ ਆਪਣੇ ਆਪ ਦੇ ਉੱਤੇ ਟੁਕਾਇਆ ਹੈ, ਵਰਤਿਆ ਹੈ, ਉਹ ਫਿਰ ਸਾਧ ਸੰਗਤ ਜੀ ਕੀ ਹੈ ਕਿ ਅਨੁਭਵੀ ਗਿਆਨ ਪ੍ਰਾਪਤ ਹੋ ਜਾਂਦਾ ਹੈ। ਅੰਦਰ ਜਿਹੜਾ ਹੈ ਉਹ ਸਾਧ ਸੰਗਤ ਜੀ ਐਸਾ ਗਿਆਨ ਖੁੱਲਦਾ ਹੈ ਕਿ ਵਾਹਿਗੁਰੂ ਦੀ ਉਹਨਾਂ ਨੂੰ ਹੋਣ ਦੇ ਉੱਤੇ ਨਿਸ਼ਚਾ ਆ ਜਾਂਦਾ ਹੈ। ਤੇ ਇੰਨੀ ਕਠਨ ਜਿਹੜੀ ਵਿਦਿਆ ਹੈ ਨਾ ਉਹਨੂੰ ਪੜ੍ਹ ਕੇ ਉਹ ਆਪਣੇ ਆਪੇ ਦਾ ਹੀ ਸਾਧ ਸੰਗਤ ਜੀ ਭਾਵ ਪੈਦਾ ਕਰਦੇ ਹੈ। ਜਿਵੇਂ ਵਿਦਾਂਤ ਪੜ੍ਹਾਇਆ ਜਾਂਦਾ ਹੈ ਤੇ ਵਿਦਾਂਤ ਦੇ ਅੰਦਰ ਫਿਰ ਸਿੱਧ ਕੀਤਾ ਜਾਂਦਾ ਹੈ ਕਿ ਜੋ ਕੁਝ ਤੁਹਾਨੂੰ ਦਿਖਾਈ ਪੈ ਰਿਹਾ ਹੈ ਇਹ ਦਵੈਤ ਕਰਕੇ ਹੀ ਦਿਸ ਰਿਹਾ ਹੈ, ਅਸਲ ਵਿੱਚ ਹੈ ਸਭ ਕੁਝ ਹੀ ਬ੍ਰਹਮ ਹੈ। ਤੇ ਕਿੰਨੇ ਦ੍ਰਿਸ਼ਟਾਂਤ ਫਿਰ ਦਿੱਤੇ ਜਾਂਦੇ ਆ ਜੋ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦਾ ਹੈ। ਸਾਧ ਸੰਗਤ ਜੀ ਇਹ ਜੀਵ ਜਿਹੜੇ ਆ ਫਿਰ ਜਦੋਂ ਸ਼ਿਸ਼ ਬਣ ਕਰਕੇ ਕਿਸੇ ਗਿਆਨਵਾਨ ਗੁਰੂ ਤੋਂ ਪੁੱਛਦੇ ਜਾ ਕਰਕੇ ਮਹਾਰਾਜ ਮੈਨੂੰ ਮੇਰਾ ਸਰੂਪ ਦੱਸੋ ਕਿ ਮੈਂ ਕੌਣ ਹਾਂ, ਫਿਰ ਹੋਵੇ ਸਮਰੱਥ ਗੁਰੂ, ਉਹ ਫਿਰ ਸਾਧ ਸੰਗਤ ਜੀ ਜੀਵ ਨੂੰ ਦੱਸਦੇ ਆ ਕਿ ਤੂੰ ਜੀਵ ਨਹੀਂ ਹੈ, ਤੂੰ ਬ੍ਰਹਮ ਰੂਪ ਹੈ, ਤੂੰ ਪਰਮੇਸ਼ਰ ਸਰੂਪ ਹੈ। ਫਿਰ ਉਹ ਕਥਨ ਕਰਦੇ ਆ ਸਾਧ ਸੰਗਤ ਜੀ ਦੱਸਦੇ ਆ
ਕਿ ਤੂੰ ਆਪਣੇ ਆਪ ਨੂੰ ਸਥੂਲ ਸਰੀਰ ਸਮਝੀ ਬੈਠਾ ਹੈ, ਇਹ ਤਾਂ ਇੱਥੇ ਅੱਗ ਵਿੱਚ ਹੀ ਸੜ ਕਰਕੇ ਖਤਮ ਹੋ ਜਾਵੇਗਾ। ਫਿਰ ਤੂੰ ਆਪਣੇ ਆਪ ਨੂੰ ਸੂਖਸ਼ਮ ਸਰੀਰ ਸਮਝਦਾ ਹੈ, ਉਹ ਵੀ ਤੇਰਾ ਅਸਲ ਰੂਪ ਨਹੀਂ ਹੈ। ਫਿਰ ਤੂੰ ਆਪਣੇ ਆਪ ਨੂੰ ਇੰਦਰੇ ਸਮਝਦਾ ਹੈ, ਤੂੰ ਇੰਦਰੇ ਵੀ ਨਹੀਂ ਹੈ। ਫਿਰ ਤੂੰ ਆਪਣੇ ਆਪ ਨੂੰ ਪ੍ਰਾਣ ਸਮਝਦਾ ਹੈ, ਪ੍ਰਾਣ ਵੀ ਤੂੰ ਨਹੀਂ ਹੈ। ਇਉਂ ਕੱਲਾ ਕੱਲਾ ਸਾਧ ਸੰਗਤ ਜੀ ਜਿੱਥੇ ਜਿੱਥੇ ਕਿਸੇ ਜੀਵ ਦੀ ਬਿਰਤੀ ਆ ਕਰਕੇ ਅਟਕਦੀ ਹੈ ਨਾ, ਉਹ ਫਿਰ ਉਥੋਂ ਉਸ ਨੂੰ ਗਿਆਨ ਦੁਆਰਾ ਅਗਲਾ ਜਿਹੜਾ ਨਾ ਪੜਾਅ ਦੱਸਦੇ ਆ ਤੇ ਮਾਰਗ ਦਰਸ਼ਨ ਕਰਦੇ ਆ। ਕਠਨ ਵਿਦਿਆ ਨੂੰ ਪੜ ਕੇ ਮਹਾਰਾਜ ਕਹਿੰਦੇ ਕੋਈ ਤਾਂ ਮੇਰੇ ਵਾਹਿਗੁਰੂ ਨੂੰ ਸਿੱਧੋ ਇਉਂ ਗਾ ਰਹੇ ਆ। ਬੜੀ ਵਿਖਮ ਜਿਹੜੀ ਆ ਨਾ ਕਠਨ ਨਾ ਪੜੇ ਜਾਣ ਵਾਲੀ, ਉਸ ਵਿਦਿਆ ਨੂੰ ਪੜ ਕੇ ਇਉਂ ਗਾਉਂਦੇ ਆ। ਗਾਵੇ ਕੋ ਸਾਜ ਕਰੇ ਤਨ ਖੇਹ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਕਿਉਂ ਕੋਈ ਇਉਂ ਗਾ ਰਹੇ ਆ ਵਾਹਿਗੁਰੂ ਨੂੰ ਕਿ ਮਹਾਰਾਜ ਆਪ ਸਭ ਦੀ ਸਾਜਣਾ ਕਰਨ ਵਾਲੇ ਹੋ ਤੇ ਸਾਰਿਆਂ ਦੀ ਸਾਜਣਾ ਕਰ ਦਿੰਦੇ ਹੋ ਛਿਨ ਮਾਤਰ ਸਮੇਂ ਦੇ ਅੰਦਰ, ਤੇ ਛਿਨ ਮਾਤਰ ਸਮੇਂ 'ਚ ਸਭ ਨੂੰ ਖੇ ਜਿਹੜਾ ਮਿੱਟੀ ਵਿੱਚ ਰਲਾ ਦੇਣ ਦੀ ਸ਼ਕਤੀ ਆਪ ਰੱਖਦੇ ਹੋ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੋਈ ਗਾ ਰਿਹਾ ਹੈ ਕਿ ਉਸ ਦੀ ਸ਼ਕਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਸਾਜਨਾ ਵੀ ਛਿਨ ਮਾਤਰ ਸਮੇਂ ਵਿੱਚ ਕਰ ਸਕਦਾ ਹੈ ਤੇ ਛਿਨ ਮਾਤਰ ਸਮੇਂ ਵਿੱਚ ਹੀ ਮਹਾਰਾਜ ਕਹਿੰਦੇ ਭਾਈ ਖੇ ਮਿੱਟੀ ਵਿੱਚ ਰਲਾ ਸਕਦਾ ਹੈ। ਇਉਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਜਗਤ ਦਾ ਸਿਰਜਣਹਾਰ ਜਾਣ ਕਰਕੇ ਕੋਈ ਤਾਂ ਇਉਂ ਗਾ ਰਹੇ ਹੈ। ਫਿਰ ਸਾਰੇ ਸੰਸਾਰ ਦੀ ਲੈਤਾ ਕਰ ਦੇਣ ਵਾਲਾ ਹੈ, ਇਉਂ ਗਾ ਰਹੇ ਆ। ਗਾਵੇ ਕੋ ਜੀ ਲੈ ਫਿਰ ਦੇਹ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕੋਈ ਇਉਂ ਗਾ ਰਹੇ ਹੈ ਕਿ ਉਹ ਜੀ ਨੂੰ ਸਾਧ ਸੰਗਤ ਜੀ ਦੇਹ ਦੇ ਦੇਣ ਵਾਲਾ ਹੈ ਤੇ ਫਿਰ ਦੇਹ ਨੂੰ ਲੈਣ ਵਾਲਾ ਵੀ ਉਹ ਵਾਹਿਗੁਰੂ ਆਪ ਹੈ। ਕਿਉਂਕਿ ਇਹ ਜਿਹਦੀ ਵਸਤੂ ਹੈ ਨਾ, ਇਹ ਸਾਧ ਸੰਗਤ ਜੀ ਵਿੱਚ ਜਿਹੜਾ ਸੂਖਸ਼ਮ ਸਰੀਰ ਹੈ, ਇਹ ਜਿਹਦੀ ਵਸਤੂ ਉਹਨੇ ਲੈ ਜਾਣੀ ਹੈ। ਤੇ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਭਾਈ ਜਿਸ ਕੀ ਪੂਜੈ ਔਧ ਤਿਸੈ ਕੌਣ ਰਾਖਈ। ਜਿਹਦੀ ਔਧ ਪੁੱਗ ਜਾਂਦੀ ਉਹਨੂੰ ਫਿਰ ਕੋਈ ਰੱਖ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ, ਕਿਉਂਕਿ ਪਰਮੇਸ਼ਰ ਆਪ ਜੀ ਦਾਨ ਦੇਣ ਵਾਲਾ ਹੈ ਤੇ ਜੀ ਦੀ ਸਾਧ ਸੰਗਤ ਜੀ ਜਿਹੜੀ ਹੈ ਉਹ ਇਸ ਦੇਹ ਵਿੱਚੋਂ ਜਿਹੜਾ ਹੈ ਇਹਦਾ ਵੱਖ ਕਰਨ ਵਾਲਾ ਵੀ ਵਾਹਿਗੁਰੂ ਆਪ ਹੈ। ਇਹ ਸਾਧ ਸੰਗਤ ਜੀ ਜਿਹੜਾ ਸੂਖਸ਼ਮ ਸਰੀਰ ਹੈ ਨਾ, ਉਹ ਸਥੂਲ ਸਰੀਰ ਦੇ ਭਾਰ ਨੂੰ ਉਹਨਾਂ ਚਿਰ ਹੀ ਚੱਕਦਾ ਜਿੰਨਾ ਚਿਰ ਵਾਹਿਗੁਰੂ ਦੀ ਸੱਤਾ ਵਿੱਚ ਕੰਮ ਕਰ ਰਹੀ ਹੈ। ਵਾਹਿਗੁਰੂ ਦੀ ਸੱਤਾ ਕਰਕੇ ਇਹਨੂੰ ਇਸ ਸਥੂਲ ਸਰੀਰ ਦਾ ਭਾਰ ਨਹੀਂ ਪਾਸਦਾ। ਜਦੋਂ ਮਹਾਰਾਜ ਆਪ ਦੀ ਸੱਤਾ ਖਿੱਚ ਲੈਂਦੇ ਆ ਉਦੋਂ ਫਿਰ ਸਾਧ ਸੰਗਤ ਜੀ ਇਹ ਦੇਹ ਜਿਹੜੀ ਹੈ ਨਾ ਸੂਖਸ਼ਮ ਸਰੀਰ ਇਹਨੂੰ ਉਠਾ ਨਹੀਂ ਪਾਉਂਦਾ ਤੇ ਉੱਥੇ ਹੀ ਸੁੱਟ ਦਿੰਦਾ ਹੈ ਤੇ ਵੱਖ ਹੋ ਜਾਂਦਾ ਹੈ। ਉਦੋਂ ਫਿਰ ਉਹਨੂੰ ਸਾਧ ਸੰਗਤ ਜੀ ਕੀ ਹੈ ਕਿ ਉਸ ਸਮੇਂ ਪ੍ਰਤੀਤ ਹੁੰਦਾ ਹੈ ਕਿ ਜਿਹੜਾ ਮੈਂ ਆਪਣਾ ਅਸਲ ਸਰੂਪ ਸਮਝ ਰਿਹਾ ਸਾਂ ਉਹ ਤਾਂ ਆ ਡਿੱਗ ਪਿਆ ਇੱਥੇ ਹੀ। ਇਉਂ ਸਾਧ ਸੰਗਤ ਜੀ ਜੀਵ ਨੂੰ ਮਰਨ ਤੋਂ ਬਾਅਦ ਉਸੇ ਵੇਲੇ ਪਤਾ ਲੱਗਦਾ ਹੈ ਆਪਣਾ ਸਾਰਾ ਜੀਵਨ ਜਿਹੜਾ ਹੈ ਨਾ ਉਹ ਅੱਖਾਂ ਅੱਗੋਂ ਇੱਕ ਫਿਲਮ ਦੇ ਵਾਂਗ ਲੰਘ ਜਾਂਦਾ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਮੈਂ ਕੱਲ ਜੰਮਿਆ ਸੀ ਤੇ ਅੱਜ ਮਰ ਚੱਲਿਆ ਹਾਂ। ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਕੋਈ ਤਾਂ ਇਉਂ ਗਾ ਰਹੇ ਆ ਵਾਹਿਗੁਰੂ ਦੇ ਤਾਈਂ ਕੋ ਜੀਵ ਆਤਮਾ ਦੇ ਦੇਣ ਵਾਲਾ ਹੈ। ਜਦੋਂ ਘਰ ਦੇ ਅੰਦਰ ਜਨਮ ਹੁੰਦਾ ਹੈ ਉਦੋਂ ਵੀ ਵਾਹਿਗੁਰੂ ਜੀ ਨੂੰ ਗਾਉਂਦੇ ਆ, ਸ਼ੁਕਰਾਨਾ ਕਰਦੇ ਆ ਕਿ ਭਾਈ ਘਰ ਵਿੱਚ ਜੀਵ ਆਇਆ ਹੈ। ਇਉਂ ਮਹਾਰਾਜ ਕਹਿੰਦੇ ਭਾਈ ਗੁਰਮੁਖ ਫਿਰ ਭਾਣਾ ਮੰਨਦੇ ਆ ਤੇ ਜਦੋਂ ਲੈ ਲੈਂਦਾ ਹੈ ਆਪਣਾ ਦਿੱਤਾ ਹੋਇਆ ਜੀਵ ਆਤਮਾ, ਕਿਉਂਕਿ ਜਿਸ ਕੀ ਵਸਤ ਸੋਈ ਲੈ ਜਾਏਗਾ, ਜਿਹਦੀ ਇਹ ਵਸਤੂ ਉਹਨੇ ਲੈ ਜਾਣੀ ਹੈ, ਫਿਰ ਉਦੋਂ ਵੀ ਵਾਹਿਗੁਰੂ ਨੂੰ ਹੀ ਇਉਂ ਭਾਣਾ ਮੰਨਦੇ ਹੋਏ ਗੁਰਮੁਖ ਗਾਉਂਦੇ ਆ। ਪਰਮੇਸ਼ਰ ਦਾ ਹੀ ਸਾਧ ਸੰਗਤ ਜੀ ਜਸ ਕਰਦੇ ਆ। ਉਦੋਂ ਫਿਰ ਬੈਰਾਗਮਈ ਸ਼ਬਦ ਪੜ੍ਹੇ ਜਾਂਦੇ ਆ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਭ ਆਪਣੇ ਸੁਖ 'ਚ ਹੀ ਫਸੇ ਹੋਏ ਆ, ਕੀ ਇਸਤਰੀ ਹੈ ਕੀ ਪੁੱਤਰ ਹੈ। ਮਹਾਰਾਜ ਕਹਿੰਦੇ ਜਗਤ ਦੀ ਪ੍ਰੀਤ ਸਾਰੀ ਝੂਠੀ ਹੈ, ਇਹ ਤੇਰੇ ਸਰੀਰ ਕਰਕੇ ਹੈ। ਸਾਧ ਸੰਗਤ ਜੀ ਜਦੋਂ ਜੀਵ ਚੜ੍ਹਾਈ ਕਰ ਜਾਂਦਾ ਨਾ ਉਦੋਂ ਉਹਦੇ ਚੜ੍ਹਾਈ ਕਰਨ ਤੋਂ ਬਾਅਦ ਫਿਰ ਮਹਾਰਾਜ ਨੇ ਕਿਹਾ ਆਦ ਘੜੀ ਕੋਊ ਨਾ ਰੱਖੈ। ਅੱਧੀ ਘੜੀ ਵੀ ਕੋਈ ਘਰ ਵਿੱਚ ਨਹੀਂ ਰੱਖਦਾ, ਘਰ ਤੇ ਦੇਤ ਨਕਾਰ। ਘਰ ਤੋਂ ਫਿਰ ਕਾਢੋ ਹੋਈ ਆਵਾਜ਼ ਆਉਂਦੀ, ਕੱਢੋ ਭਈ ਛੇਤੀ ਕੱਢੋ, ਬਦਬੂ ਆਉਣ ਲੱਗ ਪਵੇਗੀ। ਇਸ ਤਰ੍ਹਾਂ ਦੀ ਮਹਾਰਾਜ ਕਹਿੰਦੇ ਹਾਲਤ ਵੈ। ਕਈ ਤਾਂ ਉਦੋਂ ਰੋਂਦੇ ਆ, ਬੜਾ ਕਰਲਾਉਂਦੇ ਆ ਕਿ ਇਹ ਕਿਉਂ ਇਸ ਤਰ੍ਹਾਂ ਹੋਇਆ। ਮਹਾਰਾਜ ਕਹਿੰਦੇ ਜਿਸ ਨੇ ਭਾਈ ਦਿੱਤਾ ਸੀ ਇਹ ਜੀ ਆਤਮਾ ਸਰੀਰ ਦੇ ਅੰਦਰ, ਉਸ ਨੇ ਕੱਢ ਲਿਆ ਹੈ। ਤੇ ਫਿਰ ਗੁਰਮੁਖ ਨਹੀਂ ਰੋਂਦੇ,
ਉਹ ਗਾਉਂਦੇ ਆ ਪਰਮੇਸ਼ਰ ਨੂੰ। ਇਸ ਸਮੇਂ ਦੇ ਅੰਦਰ ਵੀ ਫਿਰ ਉਹ ਸਾਧ ਸੰਗਤ ਜੀ ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਗਾਉਂਦੇ ਆ। ਬੈਰਾਗਮਈ ਬਾਣੀ ਜਿਹੜੀ ਹੈ ਨਾ, ਉਹ ਸਾਧ ਸੰਗਤ ਜੀ ਇਸ ਸਮੇਂ ਦੇ ਉੱਤੇ ਪੜ੍ਹਦੇ ਆ। ਉਹ ਫਿਰ ਪੜ੍ਹਦੇ ਆ, ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ। ਇਉਂ ਪੜ੍ਹਦੇ ਹੋ ਬੈਰਾਗ ਦੇ ਨਾਲ ਕਿ ਮਹਾਰਾਜ ਲੈ ਲਿਆ ਭਾਈ ਹੁਣ, ਕਿਉਂਕਿ ਜਿਹੜਾ ਦਿਨ ਆਇਆ ਉਹ ਚਲਿਆ ਜਾ ਰਿਹਾ ਹੈ। ਇਉਂ ਭਾਣਾ ਮੰਨਦੇ ਆ ਫਿਰ ਪਰਮੇਸ਼ਰ ਦਾ, ਤੇ ਇਉਂ ਮਨ ਨੂੰ ਸਮਝਾਉਂਦੇ ਆ, ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਆਪਣੇ ਮਨ ਨੂੰ ਕਹਿੰਦੇ ਆ, ਇਹ ਇਆਣਿਆ ਕਮਲਿਆ ਮਨਾ ਜਾਗ ਪੈ, ਤੂੰ ਜਗਤ ਨੂੰ ਜੀਵਨ ਨੂੰ ਸੱਚਾ ਕਰਕੇ ਮੰਨਿਆ ਹੋਇਆ। ਇਹ ਸੱਚਾ ਨਹੀਂ, ਜਿਨੇ ਜੀਵ ਆਤਮਾ ਪਾਈ ਹੈ ਸਰੀਰ ਦੇ ਅੰਦਰ ਉਹਨੇ ਕੱਢ ਲੈਣੀ ਹੈ ਇਹ ਇੱਕ ਦਿਨ। ਇਸ ਕਰਕੇ ਮਹਾਰਾਜ ਕਹਿੰਦੇ ਕੋਈ ਤਾਂ ਸਿੱਧੋ ਇਉਂ ਗਾਉਂਦੇ ਐ ਕਿ ਉਹ ਜੀਵ ਦੇ ਦੇਹ ਦੇ ਅੰਦਰ ਜੀਵ ਆਤਮਾ ਦੇਣ ਵਾਲਾ ਹੈ, ਤੇ ਦੇ ਕਰਕੇ ਫਿਰ ਦੇਹ ਦੇ ਵਿੱਚੋਂ ਮਹਾਰਾਜ ਕਹਿੰਦੇ ਕੱਢ ਲੈਣ ਵਾਲਾ ਹੈ। ਗਾਵੇ ਕੋ ਜਾਪੈ ਦਿਸਾ ਦੂਰ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਤਾਂ ਇਉਂ ਗਾ ਰਹੇ ਆ ਉਸ ਵਾਹਿਗੁਰੂ ਨੂੰ ਕਿ ਵੇਖੋ ਉਹ ਵਾਹਿਗੁਰੂ ਇੰਦਰੀਆਂ ਦੇ ਵੀ ਅਗੋਚਰ ਵੈ। ਬੜੇ ਹੈਰਾਨ ਹੁੰਦੇ ਆ, ਫਿਰ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਆ, ਕਹਿੰਦੇ ਆ ਐਸੀ ਅਚਰਜਤਾਈ ਹੈ, ਇੰਦਰੀਆਂ ਨਾਲ ਪਕੜਿਆ ਨਹੀਂ ਜਾ ਸਕਦਾ, ਪਰ ਫਿਰ ਵੀ ਹੈ, ਇੰਦਰੀਆਂ ਦੇ ਅਗੋਚਰ ਵੈ। ਫਿਰ ਕਹਿੰਦੇ ਆ ਮਨ ਕਰਕੇ ਜਾਪੈ, ਜਾਣਿਆ ਹੀ ਨਹੀਂ ਜਾ ਸਕਦਾ ਜਿਸ ਵਾਹਿਗੁਰੂ ਨੂੰ। ਵੇਖੋ ਜਿਸ ਨੂੰ ਮਨ ਨਹੀਂ ਪਕੜ ਸਕਦਾ ਉਹ ਸਾਰੀ ਕਾਇਨਾਤ ਨੂੰ ਚਲਾ ਰਿਹਾ ਹੈ। ਸਦਾ ਬਸਤ ਤੁਮ ਸੰਗ, ਮਹਾਰਾਜ ਕਹਿੰਦੇ ਤੇਰੇ ਨਾਲ ਵਸ ਰਿਹਾ ਹਰ ਵੇਲੇ। ਇਉਂ ਗਾ ਰਹੇ ਆ ਬੜੇ ਅਚਰਜ ਹੋ ਕਰਕੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਫਿਰ ਪੜੋ, ਗਾਵੇ ਕੋ ਜਾਪੈ ਦਿਸਾ ਦੂਰ। ਸਾਧ ਸੰਗਤ ਜੀ ਇਉਂ ਇਸ ਪ੍ਰਕਾਰ ਉਹਨਾਂ ਨੂੰ ਇਉਂ ਮਹਿਸੂਸ ਹੋ ਰਿਹਾ ਕਿ ਉਹ ਅੱਖਾਂ ਦੀ ਦ੍ਰਿਸ਼ਟੀ ਦੇ ਵੇਖਣ ਤੋਂ ਵੀ ਦੂਰ ਹੈ, ਉਹ ਅੱਖਾਂ ਦੀ ਪਕੜ ਵਿੱਚ ਨਹੀਂ ਆ ਸਕਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਬੜਾ ਅਚਰਜਤਾਈ ਧਾਰਨ ਕਰ ਕਰਕੇ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਐ। ਉਹ ਇਹ ਮਹਿਸੂਸ ਕਰਦੇ ਐ ਕਿ ਵੇਖੋ ਵਾਹਿਗੁਰੂ ਸਭ ਕੁਝ ਚਲਾ ਰਿਹਾ ਹੈ, ਪਰ ਅੱਖਾਂ ਦੇ ਦਿਸਣ ਤੋਂ ਵੀ ਦੂਰ ਵੈ, ਮਨ ਦੀ ਗਮਤਾ ਤੋਂ ਵੀ ਦੂਰ ਵੈ, ਤੇ ਉਹ ਨੇੜੇ ਕਿਵੇਂ ਹੁੰਦਾ ਸਤਿਗੁਰੂ ਦੱਸਦੇ ਆ। ਗਾਵੇ ਕੋ ਵੇਖੈ ਹਾਦਰਾ ਹਦੂਰ। ਕੋਈ ਤਾਂ ਮਹਾਰਾਜ ਕਹਿੰਦੇ ਸਿੱਧੋ ਇਉਂ ਗਾ ਰਿਹਾ ਹੈ, ਵੇਖੈ ਹਾਦਰਾ ਹਦੂਰ, ਸਾਹਮਣੇ ਹਾਜ਼ਰ ਹਜੂਰ ਜਾਣ ਕਰਕੇ ਸਾਹਮਣੇ ਵੇਖ ਕਰਕੇ ਗਾ ਰਿਹਾ ਹੈ, ਜਿਵੇਂ ਭਗਤ ਪ੍ਰਹਲਾਦ ਜੀ ਗਾਉਂਦੇ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਹਰ ਵੇਲੇ ਨੇੜੇ ਦਿਸਦੇ ਆ, ਜਿਵੇਂ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਗਾਉਂਦੇ ਸੀ। ਸਾਧ ਸੰਗਤ ਜੀ ਇਹ ਕਿਸੇ ਨੂੰ ਅਲਾਮਾ ਨਹੀਂ ਸੀ ਦਿੱਤਾ, ਪਰਮੇਸ਼ਰ ਨੂੰ ਕਿਹਾ ਸੀ, ਹੀਨੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਜੇ ਮਹਾਰਾਜ ਮੈਂ ਛਿੰਬਿਆਂ ਦੇ ਵਿੱਚ ਪੈ ਕੇ ਜਨਮ ਵਿੱਚ ਤੇਰਾ ਨਾਮ ਨਹੀਂ ਸੀ ਜਪ ਸਕਦਾ, ਤੇ ਮੈਨੂੰ ਛਿੰਬਿਆਂ ਦੇ ਘਰ 'ਚ ਜਨਮ ਕਿਉਂ ਦਿੱਤਾ ਹੀ ਫਿਰ। ਹੀਨੜੀ ਜਾਤ ਮੇਰੀ ਜਾਦ ਮਰਾਇਆ, ਹੇ ਮੇਰੀ ਇਹ ਐਡੀ ਹੀਨੜੀ ਨੀਵੀਂ ਜਾਤ ਮੇਰੀ ਪੈਦਾ ਕਰ ਦਿੱਤੀ, ਮੈਨੂੰ ਉਸ ਜਾਤ ਵਿੱਚ ਲਿਆ ਕੇ ਸਿੱਟਿਆ ਹੀ ਕਿਉਂ, ਪਾਇਆ ਹੀ ਮੈਨੂੰ ਇਸ ਜਾਤ ਵਿੱਚ, ਜੇ ਮੈਂ ਤੇਰਾ ਨਾਮ ਹੀ ਨਹੀਂ ਸੀ ਜਪ ਸਕਦਾ ਤਾਂ। ਛੀਪੇ ਕੇ ਜਨਮ ਕਾਹੇ ਕੋ ਆਇਆ, ਕਿਉਂ ਆਇਆ ਮੈਂ ਛੀਪੇ ਦੇ ਜਨਮ ਦੇ ਅੰਦਰ। ਪਰਮੇਸ਼ਰ ਦੇ ਨਾਲ ਸਿੱਧੀਆਂ ਗੱਲਾਂ ਕੀਤੀਆਂ ਨੇ। ਫਿਰ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਨਾਮਦੇਵ ਤੂੰ ਰੋਸ ਕਿਉਂ ਕਰਦਾ ਹੈ, ਤੇ ਇਹਨਾਂ ਪਾਂਡਿਆਂ ਨੇ ਅਧੋਗਤੀ ਨੂੰ ਜਾਣਿਆ, ਤੈਨੂੰ ਅਸੀਂ ਮੁਕਤ ਕਰ ਦੇਣਾ, ਤੂੰ ਨਾਮ ਜਪਿਆ। ਫਿਰ ਮਹਾਰਾਜ ਨੂੰ ਵੇਖੋ ਹਾਜ਼ਰ ਹਜੂਰ ਜਾਣ ਕਰਕੇ ਕਹਿੰਦੇ, ਮੂਏ ਹੂਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਮਹਾਰਾਜ ਜੇ ਮੈਨੂੰ ਮਰਨ ਤੋਂ ਬਾਅਦ ਮੁਕਤੀ ਦੇਣੀ ਹੈ ਤੇ ਕਿਸੇ ਨੇ ਮੁਕਤੀ ਵੇਖਣੀ, ਮੈਨੂੰ ਤਾਂ ਹੁਣ ਪਰਤਿਆਵਾ ਚਾਹੀਦਾ ਹੈ। ਤੇ ਫਿਰ ਸਾਧ ਸੰਗਤ ਜੀ ਜਿਵੇਂ ਜਿਵੇਂ ਭਗਤ ਨਾਮਦੇਵ ਜੀ ਮਨ ਦੇ ਅੰਦਰ ਖਿਆਲ ਕਰਕੇ ਵਾਹਿਗੁਰੂ ਨੂੰ ਯਾਦ ਕਰ ਰਹੇ ਸੀ ਨਾ, ਉਸ ਹਾਜ਼ਰਾ ਹਜੂਰ ਸ਼ਕਤੀ ਨੇ ਉਸੇ ਵੇਲੇ ਵਿਰਾਟ ਰੂਪ ਧਾਰ ਕਰਕੇ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ, ਦੇਵਰਾ ਘੁਮਾ ਕੇ ਭਗਤ ਨਾਮਦੇਵ ਜੀ ਵੱਲ ਕਰ ਦਿੱਤਾ। ਇਹ ਜ਼ਾਹਰ ਸ਼ਕਤੀ ਹੈ ਤੇ ਅੱਜ ਵੀ ਉਵੇਂ ਹੀ ਆ ਉਸ ਮੰਦਰ ਦਾ ਮੂੰਹ। ਇਹ ਜਿਹੜੇ ਇਸ ਸ਼ਕਤੀ ਨੂੰ ਸਾਧ ਸੰਗਤ ਜੀ ਵੇਖਣ ਦਾ ਗੁਰਸਿੱਖ ਨਿਸ਼ਚਾ ਕਰਦੇ ਆ ਨਾ,
ਉਹ ਫਿਰ ਇਸ ਮੰਦਿਰ ਨੂੰ ਉਸ ਕਰਕੇ ਵੇਖਣ ਜਾਂਦੇ ਆ ਕਿ ਅੱਜ ਵੀ ਉਹਦਾ ਮੂੰਹ ਘੁੰਮਿਆ ਹੋਇਆ ਹੈ। ਬਾਕੀ ਸਾਰੇ ਇਸ ਦੇ ਤਰ੍ਹਾਂ ਦੇ ਜਿਹੜੇ ਮੰਦਿਰ ਵੈ ਉਹਨਾਂ ਦੇ ਸਾਧ ਸੰਗਤ ਜੀ ਮੁੱਖ ਦਰਵਾਜ਼ਿਆਂ ਦੇ ਉੱਪਰ ਜਿਹੜਾ ਹੈ ਨਾ ਉਹ ਤਲਾਬ ਬਣਿਆ ਹੋਇਆ ਹੈ, ਪਰ ਇਸ ਮੰਦਿਰ ਦੀ ਪਿੱਠ ਦੇ ਉੱਤੇ ਤਲਾਬ ਬਣਿਆ ਹੋਇਆ, ਕਿਉਂਕਿ ਕਦੇ ਇਸ ਮੰਦਿਰ ਦਾ ਮੂੰਹ ਅੱਜ ਤੋਂ 700 ਸਾਲ ਪਹਿਲਾਂ ਪੂਰਬ ਵੱਲ ਨੂੰ ਸੀ। ਸਾਧ ਸੰਗਤ ਜੀ ਇਸ ਪ੍ਰਕਾਰ ਭਗਤ ਨਾਮਦੇਵ ਜੀ ਜਿਨ੍ਹਾਂ ਨੇ ਹਾਜ਼ਰ ਹਜੂਰ ਜਾਣ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਨੂੰ ਗਾਵਿਆ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਫਿਰ ਪੜੋ ਗਾਵੈ ਕੋ ਵੇਖੈ ਹਾਦਰਾ ਹਦੂਰ। ਕੋਈ ਇਉਂ ਸਿੱਧੋ ਗਾ ਰਿਹਾ ਹੈ ਕਿ ਸਾਹਮਣੇ ਵੇਖ ਕਰਕੇ, ਹਾਜ਼ਰ ਹਜੂਰ ਵੇਖ ਕਰਕੇ ਪਰਮੇਸ਼ਰ ਨੂੰ ਗਾਉਂਦੇ ਹੈ ਕਿ ਉਹ ਸਭ ਦਾ ਹੀ ਦ੍ਰਿਸ਼ਟਾ ਰੂਪ ਹੈ, ਸਭ ਨੂੰ ਵੇਖ ਰਿਹਾ ਹੈ। ਕਥਨਾ ਕਥੇ ਨਾ ਆਵਾ ਟੋਟ। ਹਜੂਰ ਕਹਿੰਦੇ ਉਸ ਦੀ ਕਥਾ ਜਿਹੜੀ ਆ ਨਾ ਉਹ ਕਥਨੇ ਕਰਕੇ ਸਿੱਧੋ ਟੋਟਾ ਨਹੀਂ ਆਉਂਦਾ, ਕਦੇ ਕਿਸੇ ਨੂੰ ਕੋਈ ਅੰਤ ਨਹੀਂ ਪਾ ਸਕਦਾ ਕਿ ਮੈਂ ਸਮਗਰ ਕਥਨ ਕਰ ਲਿਆ ਵਾਹਿਗੁਰੂ ਨੂੰ। ਕਥ ਕਥ ਕਥੇ ਕੋਟੇ ਕੋਟ ਕੋਟ। ਮਹਾਰਾਜ ਕਹਿੰਦੇ ਕਰੋੜਾਂ ਪਹਿਲੋਂ ਕਥਨ ਕਰਦੇ ਰਹੇ ਐ ਸਤਜੁਗ ਦੇ ਵਿੱਚ, ਕਰੋੜਾਂ ਹੁਣ ਮਹਾਰਾਜ ਕਹਿੰਦੇ ਭਾਵੇਂ ਕਲਯੁਗ 'ਚ ਕਥਨ ਕਰੀ ਜਾ ਰਹੇ ਐ ਤੇ ਕਰੋੜਾਂ ਹੀ ਆਉਣ ਵਾਲੇ ਸਮੇਂ 'ਚ ਭਾਵੇਂ ਕਥਨ ਕਰੀ ਜਾਣ। ਮਹਾਰਾਜ ਕਹਿੰਦੇ ਟੋਟਾ ਨਹੀਂ ਸਿੱਧੋ ਪੈ ਸਕਦਾ ਮੇਰੇ ਵਾਹਿਗੁਰੂ ਦੀ ਕਥਾ ਦਾ, ਕਿਉਂਕਿ ਉਹਦੀ ਕਥਾ ਜਿਹੜੀ ਆ ਨਾ ਅਕਥ ਵੈ। ਦੇਂਦਾ ਦੇ ਲੈਂਦੇ ਥੱਕ ਪਾਹੇ। ਮੇਰਾ ਵਾਹਿਗੁਰੂ ਦੇਣ ਵਾਲਾ ਹੋ ਕਰਕੇ ਦਾਤਾਂ ਦਈ ਜਾ ਰਿਹਾ, ਦਈ ਜਾ ਰਿਹਾ। ਲੈਣ ਵਾਲੇ ਸਾਧ ਸੰਗਤ ਜੀ ਸ਼ਰੀਰਾਂ ਨੂੰ ਹੰਢਾ ਹੰਢਾ ਕਰਕੇ ਮੁੱਕਦੇ ਜਾ ਰਹੇ ਐ। ਵਾਹਿਗੁਰੂ ਦੀਆਂ ਦਾਤਾਂ ਨਹੀਂ ਮੁੱਕਣ ਵਿੱਚ ਆ ਰਹੀਆਂ, ਕਿਉਂਕਿ ਉਹ ਆਪ ਅਨੰਤ ਵੈ, ਬੇਅੰਤ ਵੈ। ਉਹਦੀਆਂ ਦਾਤਾਂ ਵੀ ਅਨੰਤ ਹਨ, ਬੇਅੰਤ ਹਨ। ਸਤਿਗੁਰੂ ਜੀ ਨੂੰ ਕਹਿੰਦੇ ਦਾਤਾਂ ਹੀ ਦੱਸ ਦਿਓ, ਮਹਾਰਾਜ ਕਹਿੰਦੇ ਉਹਦੀਆਂ ਤਾਂ ਦਾਤਾਂ ਵੀ ਅਨੰਤ ਨੇ ਸਿੱਧੋ। ਇਸ ਕਰਕੇ ਲੈਣ ਵਾਲੇ ਜਿਹੜੇ ਆ ਨਾ ਉਹ ਥੱਕਦੇ ਪੈ ਰਹੇ ਆ, ਥੱਕਦੇ ਜਾ ਰਹੇ ਆ, ਪਰ ਦੇਣ ਵਾਲਾ ਮੇਰਾ ਵਾਹਿਗੁਰੂ ਨਹੀਂ ਥੱਕ ਰਿਹਾ, ਉਹ ਤਾਂ ਦਈ ਜਾ ਰਿਹਾ ਜਿੰਨਾ ਵੀ ਕੋਈ ਮੰਗਦਾ ਏ। ਜੁਗਾ ਜੁਗੰਤਰ ਖਾਹੇ ਖਾਹੇ। ਮਹਾਰਾਜ ਕਹਿੰਦੇ ਜੁਗਾਂ ਜੁਗਾਂ ਦੇ ਅੰਦਰ, ਸਤਜੁਗ ਦੇ ਅੰਦਰ ਸਾਧ ਸੰਗਤ ਜੀ ਜਿਹੜੇ ਵੱਡੇ ਵੱਡੇ ਪ੍ਰਤਾਪੀ ਰਾਜੇ ਹੋਏ ਉਹ ਮਹਾਰਾਜ ਤੋਂ ਮੰਗਦੇ ਰਹੇ ਐ। ਫਿਰ ਸਾਧ ਸੰਗਤ ਜੀ ਤ੍ਰੇਤਾ ਯੁੱਗ ਆਇਆ ਹੈ, ਉਦੋਂ ਰਿਸ਼ੀ ਮੁਨੀ ਮੰਗਦੇ ਰਹੇ ਆ। ਦੁਆਪਰ ਦੇ ਅੰਦਰ ਸਭ ਬਲ ਮੰਗਦੇ ਰਹੇ ਆ ਕਰਨ ਵਰਗੇ ਪੂਜਾ ਕਰ ਕਰਕੇ। ਇਉਂ ਕਲਯੁਗ ਦੇ ਅੰਦਰ ਵੀ ਜਿਹੜੇ ਭਾਈ ਭਗਤੀ ਕਰਦੇ ਆ, ਨਾਮ ਦੀਆਂ ਦਾਤਾਂ ਮੰਗਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਭੋਗਣ ਵਾਲੇ ਹੋ ਕਰਕੇ ਭੋਗੀ ਜਾ ਰਹੇ ਆ, ਖਾਣ ਵਾਲੇ ਹੋ ਕਰਕੇ ਪਦਾਰਥਾਂ ਦੇ ਤਾਂ ਹੀ ਖਾ ਰਹੇ ਆ, ਪਰ ਟੋਟਾ ਤਾਂ ਨਹੀਂ ਨਾ ਕੋਈ ਵੀ ਆ ਰਿਹਾ। ਅਮੁੱਕ ਹੈ ਵਾਹਿਗੁਰੂ ਦੀ ਦਾਤ, ਉਹ ਮੁੱਕ ਨਹੀਂ ਸਕਦੀ। ਸਾਰੇ ਹੀ ਵੇਖ ਲੋ ਮਹਾਰਾਜ ਕਹਿੰਦੇ ਭਾਈ ਖਾਣ ਵਾਲੇ ਹੋ ਕਰਕੇ ਪਦਾਰਥਾਂ ਦੇ ਤਾਂ ਹੀ ਵੀ ਪੁੰਚ ਰਹੇ ਆ, ਖਾ ਰਹੇ ਆ, ਪਰ ਮਹਾਰਾਜ ਕਹਿੰਦੇ ਉਹਦੀ ਦਾਤ ਮੁੱਕ ਨਹੀਂ ਸਕਦੀ ਆ। ਹੁਕਮ ਚਲਾਏ ਰਾਹੋ। ਹਜੂਰ ਕਹਿੰਦੇ ਜਿਹੜਾ ਹੁਕਮ ਦਾ ਮਾਲਕ ਹੈ ਮੇਰਾ ਵਾਹਿਗੁਰੂ ਸਿੱਧੋ, ਉਹ ਆਪਣੇ ਭਾਣੇ ਵਿੱਚ ਚਲਾਉਂਦਾ ਹੈ ਜੀਵ ਨੂੰ, ਹੁਕਮ ਦੇ ਵਿੱਚ ਚਲਾਉਂਦਾ ਹੈ। ਤੇ ਜਦੋਂ ਹੁਕਮ ਨੂੰ ਜੀਵ ਮਿੱਠਾ ਕਰਕੇ ਮੰਨਣ ਲੱਗ ਪੈਂਦੇ ਐ, ਉਹ ਮਹਾਰਾਜ ਨੂੰ ਭਾ ਜਾਂਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੁਕਮ ਦੇ ਵਿੱਚ ਜਿਹੜਾ ਹੁਕਮੀ ਆ ਮੇਰਾ ਵਾਹਿਗੁਰੂ, ਉਹ ਹੁਕਮ ਦੇ ਰਸਤੇ ਦੇ ਉੱਤੇ ਜੀਵਾਂ ਨੂੰ ਚਲਾਉਂਦਾ ਏ। ਨਾਨਕ ਵਿਗਸੈ ਬੇਪਰਵਾਹੋ। ਉਹ ਬੇਪਰਵਾਹ ਹੈ, ਬੇਮੁਹਤਾਜ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸਦਾ ਭਾਈ ਉਹ ਖੇੜੇ ਵਿੱਚ ਰਹਿੰਦਾ ਹੈ, ਉਹ ਸਦਾ ਹੀ ਮਹਾਰਾਜ ਕਹਿੰਦੇ ਆਨੰਦ ਸਰੂਪ ਵੈ। ਜਿਹੜਾ ਵੀ ਉਸ ਦੇ ਤਾਈਂ ਗਾਉਂਦਾ ਵੈ ਉਹ ਵੀ ਮਹਾਰਾਜ ਕਹਿੰਦੇ ਸਦਾ ਭਾਈ ਵਿਗਾਸ ਖੇੜੇ ਵਿੱਚ ਆ ਜਾਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਜਦੋਂ ਸਿੱਧਾ ਨੇ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿ ਭਾਈ ਉਹ ਪਰਮੇਸ਼ਰ ਜੋ ਹੈ ਨਾ ਉਹਦੇ ਗਾਉਣ ਦੇ ਕਰਕੇ ਇਹ ਫਲ ਪ੍ਰਾਪਤ ਹੁੰਦਾ ਹੈ, ਤੇ ਕੋਈ ਕਿਸ ਤਰ੍ਹਾਂ ਗਾ ਰਿਹਾ ਹੈ, ਕੋਈ ਕਿਸ ਤਰ੍ਹਾਂ ਗਾ ਰਿਹਾ ਹੈ, ਕੋਈ ਪਰਮੇਸ਼ਰ ਦੀਆਂ ਦਾਤਾਂ ਜਾਣ ਕਰਕੇ ਗਾਈ ਜਾਂਦਾ ਹੈ ਕਿ ਮਹਾਰਾਜ ਸਾਨੂੰ ਦਾਤ ਦਿੱਤੀ ਹੈ, ਕੋਈ ਉਹਦੇ ਗੁਣਾਂ ਨੂੰ ਚੇਤੇ ਕਰ ਕਰਕੇ ਗਾਉਂਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਧਾਂ ਦੇ ਇਹ ਪ੍ਰਸ਼ਨ ਦਾ ਉੱਤਰ ਦਿੱਤਾ ਹੈ। ਅੱਗੋਂ ਮਹਾਰਾਜ ਸਾਹਿਬ ਜੀ ਨੂੰ ਹੋਰ ਪ੍ਰਸ਼ਨ ਕਰਨਗੇ ਸਾਧ ਸੰਗਤ ਜੀ, ਉਹ ਅਗਲੀ ਪੌੜੀ ਵਿੱਚ ਜਿਵੇਂ ਮਹਾਰਾਜ ਜੀ ਉਹਦਾ ਉੱਤਰ ਦੇਣਗੇ, ਉਹ ਪੁੱਛਣਗੇ ਕਿ ਮਹਾਰਾਜ ਕੋਈ ਪਰਮੇਸ਼ਰ ਬਾਦਸ਼ਾਹ ਹੈ ਜਿਹੜਾ ਬੈਠਾ ਮਹਾਰਾਜ ਜੀ ਉਹ ਹੁਕਮ ਚਲਾ ਰਿਹਾ ਹੈ, ਕਿਉਂਕਿ ਉਹ ਤਰੀਕੇ ਨਾਲ ਪੁੱਛਦੇ ਹਜੂਰ ਨੂੰ ਕਿ ਪਰਮੇਸ਼ਰ ਦਾ ਕੋਈ ਅਸੀਂ ਕਿਸੇ ਪ੍ਰਕਾਰ ਸਰੂਪ ਜਾਣ ਸਕੀਏ, ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਕਲਯੁਗ ਦੇ ਅੰਦਰ
ਆਪ ਨਿਰੰਕਾਰ ਨੇ ਰੂਪ ਧਾਰਿਆ ਜੀਆਂ ਦੇ ਭਲੇ ਵਾਸਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਸਾਨੂੰ ਹੁਣ ਹੋਰ ਕੌਣ ਦੱਸ ਸਕਦਾ, ਆਤਮਾ ਦਾ ਬੋਧ ਕੌਣ ਦੇ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਰੇ ਅਨੁਯਾਈ ਹੋ ਗਏ ਸਾਧ ਸੰਗਤ ਜੀ। ਜਿੰਨੇ ਹੀ ਸਿੱਧ ਪੀਰ, ਜਿੰਨੇ ਮਹਾਨ ਸ਼ਕਤੀਆਂ ਵਾਲੇ ਐ, ਇਹ ਸਭ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਿਵਾਜਤੇ ਸੀ, ਝੁਕਾ ਦਿੱਤੇ ਸੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਜਿਵੇਂ ਅੱਗੇ ਪ੍ਰਸ਼ਨ ਪੁੱਛਣਗੇ ਹਜੂਰ ਜਿਵੇਂ ਉੱਤਰ ਦੇਣਗੇ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਗਸਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੋਤ